ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਸੂਰਜ ਪ੍ਰਕਾਸ਼ ਗ੍ਰੰਥ, ਜਿਸ ਦੀ ਕਥਾ ਸਾਡੇ ਗੁਰਦੁਆਰਿਆਂ ਦੇ ਅੰਦਰ ਹਰ ਰੋਜ਼ ਇਹ ਆਖ ਕੇ ਕੀਤੀ ਜਾਂਦੀ ਹੈ ਕਿ ਇਸ ਗ੍ਰੰਥ ਦੇ ਅੰਦਰ 10 ਗੁਰੂ ਸਾਹਿਬਾਨਾਂ ਦਾ ਜੀਵਨ ਇਤਿਹਾਸ ਕਲਮਬੰਦ ਕੀਤਾ ਗਿਆ ਹੈ। ਜਦ ਕਿ ਜਦੋਂ ਇਸ ਗ੍ਰੰਥ ਨੂੰ ਆਪਾਂ ਵਿਚਾਰਦੇ ਹਾਂ ਤੇ ਪਤਾ ਚੱਲਦਾ ਹੈ ਕਿ ਇਸ ਗ੍ਰੰਥ ਦੇ ਅੰਦਰ ਜਿਤਨੀਆਂ ਵੀ ਕਥਾ ਕਹਾਣੀਆਂ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਜੋੜ ਕੇ ਸੰਤੋਖ ਸਿੰਘ ਨੇ ਲਿਖੀਆਂ ਹਨ, ਉਹਨਾਂ ਦੇ ਵਿੱਚੋਂ ਬਹੁਤਾਤ ਦੇ ਵਿੱਚ ਕਥਾ ਕਹਾਣੀਆਂ ਉਹ ਹਨ ਜਿਹੜੀਆਂ ਗੁਰੂ ਸਾਹਿਬਾਨਾਂ ਦੀ ਵਡਿਆਈ ਨੂੰ ਵਧਾਉਣ ਵਾਲੀਆਂ ਨਹੀਂ, ਬਲਕਿ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਕਲੰਕਿਤ ਕਰਨ ਵਾਲੀਆਂ ਹਨ। ਔਰ ਉਹ ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਜਿਹੜੀਆਂ ਹਨ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਇਤਿਹਾਸ ਦਾ ਹਿੱਸਾ ਨਹੀਂ ਹੋ ਸਕਦੀਆਂ, ਕੇਵਲ ਮਿਥਿਹਾਸਕ ਕਥਾ ਕਹਾਣੀਆਂ ਹਨ ਜੋ ਸੰਤੋਖ ਸਿੰਘ ਨੇ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਜੋੜੀਆਂ ਹਨ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਆਪ ਜੀ ਦੇ ਨਾਲ ਸੰਤੋਖ ਸਿੰਘ ਨੇ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਔਰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਉਹਨਾਂ ਦੇ ਜੀਵਨ ਦੇ ਸੰਬੰਧ ਦੇ ਵਿੱਚ ਜਿਹੜੀਆਂ ਗਲਤ ਬਿਆਨੀਆਂ ਕੀਤੀਆਂ ਹਨ, ਉਹਨਾਂ ਦੇ ਵਿੱਚੋਂ ਇੱਕ ਦੋ ਉਦਾਹਰਨਾਂ ਸਾਂਝੀਆਂ ਕਰਾਂਗਾ ਆਪ ਜੀ ਨੂੰ ਸਕਰੀਨ ਦੇ ਉੱਪਰ ਦਿਖਾ ਕੇ ਕਿ ਕਿਸ ਤਰੀਕੇ ਦੇ ਨਾਲ ਸ਼ਰਧਾ ਦੇ ਨਾਮ ਦੇ ਉੱਤੇ ਸੰਤੋਖ ਸਿੰਘ ਨੇ ਇਹੋ ਜਿਹੀਆਂ ਕਹਾਣੀਆਂ ਗੁਰੂ ਸਾਹਿਬ ਜੀ ਦੇ ਜੀਵਨ ਦੇ ਨਾਲ ਜੋੜੀਆਂ ਜੋ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਕਲੰਕਿਤ ਕਰਦੀਆਂ ਹਨ। ਔਰ ਸਤਿਗੁਰਾਂ ਦੇ ਜੀਵਨ ਦਾ ਉਹ ਜਿਹੜਾ ਇਨਕਲਾਬੀ ਪੱਖ ਸੀ, ਜਿਹੜਾ ਕ੍ਰਾਂਤੀਕਾਰੀ ਤੱਤ ਸੀ ਸਤਿਗੁਰਾਂ ਦੇ ਜੀਵਨ ਦਾ, ਉਸ ਤੱਤ ਨੂੰ ਬਿਲਕੁਲ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਆਲੋਪ ਕਰ ਦਿੱਤਾ ਗਿਆ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਜਦੋਂ ਸੰਤੋਖ ਸਿੰਘ ਨੇ ਲਿਖਿਆ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਇੱਕ ਪੱਖ ਨੂੰ ਹੀ ਸੰਤੋਖ ਸਿੰਘ ਨੇ ਜ਼ਿਆਦਾ ਉਭਾਰਿਆ ਹੈ। ਉਹ ਪੱਖ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਣ ਕੇ 12 ਸਾਲ ਸੇਵਾ ਕਰਨ ਦਾ। ਕਿਧਰੇ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਬਾਣੀ ਪੜ੍ਹਦਿਆਂ ਹੋਇਆਂ, ਬਾਣੀ ਵਿਚਾਰਦਿਆਂ ਹੋਇਆਂ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬੈਠ ਕੇ ਗੁਰਮਤਿ ਦੀਆਂ ਗਿਆਨ ਦੀਆਂ ਗੱਲਾਂ ਕਰਦਿਆਂ ਹੋਇਆਂ, ਸਮਝਦਿਆਂ ਹੋਇਆਂ ਇਹੋ ਜਿਹਾ ਪੱਖ ਸਤਿਗੁਰਾਂ ਦੇ ਜੀਵਨ ਦਾ ਸੰਤੋਖ ਸਿੰਘ ਨੇ ਕਿਧਰੇ ਵੀ ਬਿਆਨ ਨਹੀਂ ਕੀਤਾ। ਤੇ ਜਿਹੜਾ ਸੇਵਾ ਦਾ ਪੱਖ ਜਿਸ ਤਰੀਕੇ ਦੇ ਨਾਲ ਸੰਤੋਖ ਸਿੰਘ ਨੇ ਬਿਆਨ ਕੀਤਾ ਹੈ, ਉਹ ਆਪਾਂ ਜਦੋਂ ਵਿਚਾਰਾਂਗੇ ਪਤਾ ਚੱਲੇਗਾ ਕਿ ਕਿਤਨਾ ਹਾਸੋਹੀਣਾ ਔਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਉੱਚੀ ਸੁੱਚੀ ਸ਼ਖਸੀਅਤ ਨੂੰ ਕਲੰਕਿਤ ਕਰਨ ਵਾਲਾ, ਦਾਗੀ ਕਰਨ ਵਾਲਾ ਹੈ। ਜਦੋਂ ਸੂਰਜ ਪ੍ਰਕਾਸ਼ ਗ੍ਰੰਥ ਦੀ ਰਾਸ ਪਹਿਲੀ ਦੇ ਵਿੱਚ ਆਪਾਂ 16ਵੇਂ ਅਧਿਆਏ ਦੇ ਉੱਪਰ ਪੜ੍ਹਦੇ ਹਾਂ, ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਇਸ ਅਧਿਆਏ ਦਾ ਸਿਰਲੇਖ ਲਿਖਿਆ ਹੈ ਕਿ ਸ਼੍ਰੀ ਅਮਰਦਾਸ ਜੀ ਦੇ ਸੇਵਾ ਕਰਨ ਦਾ ਪ੍ਰਸੰਗ, ਕਿ ਕਿਸ ਤਰੀਕੇ ਦੇ ਨਾਲ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਣ ਕੇ ਸੇਵਾ ਕੀਤੀ। ਹੁਣ ਸੰਤੋਖ ਸਿੰਘ ਲਿਖਦਾ ਹੈ ਕਿ 12 ਸਾਲ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਣ ਕੇ ਪਾਣੀ ਢੋਣ ਦੀ ਸੇਵਾ ਜਿਹੜੀ ਹੈ ਉਹ ਕਰਦੇ ਰਹੇ। ਹਰ ਰੋਜ਼ ਸਵੇਰੇ ਪਹਿਰ ਰਾਤ ਰਹਿੰਦੇ ਆ ਬਿਆਸਾ ਤੋਂ ਜਾ ਕੇ ਪਾਣੀ ਦੀ ਗਾਗਰ ਭਰ ਕੇ ਲੈ ਕੇ ਆਉਂਦੇ ਤੇ ਉਸ ਪਾਣੀ ਦੇ ਨਾਲ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਇਸ਼ਨਾਨ ਕਰਵਾਉਂਦੇ। ਪਰ ਇਸ ਘਟਨਾ ਨੂੰ ਵੀ ਕਿਸ ਤਰੀਕੇ ਦੇ ਨਾਲ ਸੰਤੋਖ ਸਿੰਘ ਨੇ ਬਿਆਨ ਕੀਤਾ, ਤੁਸੀਂ ਦੇਖੋਗੇ ਕਿ ਜਦੋਂ ਇਸ ਅਧਿਆਏ ਦੇ 9ਵੇਂ ਅੰਕ ਦੇ ਉੱਤੇ ਤੁਸੀਂ ਪੜ੍ਹਦੇ ਹੋ ਤੇ ਉੱਥੇ ਸੰਤੋਖ ਸਿੰਘ ਲਿਖਦਾ ਹੈ ਕਿ ਏਕ ਬਰਖ ਬੀਤਿਓ ਪਿਖ ਸਤਿਗੁਰ ਗਜ ਡੇਢ ਤਬ ਦੀਨ ਰੁਮਾਲ, ਕਿ ਸੇਵਾ ਕਰਦਿਆਂ ਜਦੋਂ 1 ਸਾਲ ਦਾ ਸਮਾਂ ਬਤੀਤ ਹੋ ਗਿਆ ਤਾਂ ਗੁਰੂ ਅੰਗਦ ਦੇਵ ਜੀ ਨੇ ਬਾਬੇ ਅਮਰਦਾਸ ਜੀ ਨੂੰ 1.5 ਗਜ ਦਾ ਰੁਮਾਲ ਦਿੱਤਾ।
ਭਾਵ 1.5 ਗਜ ਕੱਪੜੇ ਦਾ ਇੱਕ ਸਰੋਪਾ ਉਹਨਾਂ ਨੇ ਬਾਬੇ ਅਮਰਦਾਸ ਜੀ ਨੂੰ ਦਿੱਤਾ। ਤੇ ਸੋ ਲੈ ਕਰ ਨਿਜ ਸੀਸ ਚੜਾਇਓ, ਦ੍ਰਿੜ ਕਰ ਬੰਨ੍ਹਿਓ ਰਸਰੀ ਨਾਲ। ਤੇ ਉਹ ਸਰੋਪਾ ਜਿਹੜਾ ਸੀ 1.5 ਗਜ ਦਾ ਰੁਮਾਲ ਜਿਹੜਾ ਸੀ ਬਾਬੇ ਅਮਰਦਾਸ ਜੀ ਨੇ ਆਪਣੇ ਸੀਸ ਦੇ ਉੱਤੇ ਬੰਨ੍ਹ ਲਿਆ ਤੇ ਉਸ ਨੂੰ ਰੱਸੀਆਂ ਦੇ ਨਾਲ ਬੰਨ੍ਹ ਕੇ ਕੱਸ ਲਿਆ। ਤੇ ਸੰਤੋਖ ਸਿੰਘ ਕਹਿੰਦਾ ਕਿ ਬਹੁੜ ਉਤਾਰਨ ਕੋ ਨਹਿ ਕੀਨਸ, ਲੱਖ ਕਰ ਗੁਰੂ ਪ੍ਰਸਾਦ ਵਿਸਾਲ। ਉਸ ਦਿਨ ਤੋਂ ਬਾਅਦ ਬਾਬੇ ਅਮਰਦਾਸ ਜੀ ਨੇ ਆਪਣੇ ਸਿਰ ਤੋਂ ਉਹ 1.5 ਗਜ ਦਾ ਜਿਹੜਾ ਸਰੋਪਾ ਗੁਰੂ ਅੰਗਦ ਦੇਵ ਜੀ ਨੇ ਦਿੱਤਾ ਸੀ, ਉਸ ਸਰੋਪੇ ਨੂੰ ਕਦੇ ਵੀ ਬਾਬੇ ਅਮਰਦਾਸ ਜੀ ਨੇ ਆਪਣੇ ਸਿਰ ਤੋਂ ਉਤਾਰਿਆ ਨਹੀਂ। ਬਸ ਉਸੇ ਤਰੀਕੇ ਦੇ ਨਾਲ ਹਰ ਰੋਜ਼ ਦਿਨ ਰਾਤ ਜਿਹੜੀ ਹੈ ਉਹ ਜਲ ਦੀ ਸੇਵਾ ਬਾਬਾ ਅਮਰਦਾਸ ਜੀ ਕਰਦੇ ਰਹੇ। ਸੇਵਾ ਕਰੇ ਤਿਸੀ ਬਿਦ ਨਿਸ ਦਿਨ, ਜਲ ਆਨੈ ਚਾਹੀਏ ਜਿਸ ਕਾਲ। ਜਦੋਂ ਵੀ ਕਿਸੇ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਤੇ ਜਲ ਦੀ ਸੇਵਾ ਬਾਬਾ ਅਮਰਦਾਸ ਜੀ ਕਰਦੇ। ਤੋਂ ਪਹਿਲੇ ਸਾਲ ਗੁਰੂ ਅੰਗਦ ਦੇਵ ਜੀ ਨੇ ਬਾਬੇ ਅਮਰਦਾਸ ਜੀ ਨੂੰ ਇੱਕ 1.5 ਗਜ ਦਾ ਸਰੋਪਾ ਦਿੱਤਾ ਤੇ ਸੰਤੋਖ ਸਿੰਘ ਕਹਿੰਦਾ ਉਸ ਨੂੰ ਸਿਰ ਦੇ ਉੱਤੇ ਰੱਸੀਆਂ ਦੇ ਨਾਲ ਕੁੱਟ ਕੇ ਬਾਬੇ ਅਮਰਦਾਸ ਨੇ ਬੰਨ੍ਹ ਲਿਆ। ਇਹ ਜਾਣਦਿਆਂ ਹੋਇਆਂ ਕਿ ਇਹ ਗੁਰੂ ਦੀ ਕਿਰਪਾ ਹੈ, ਇਹ ਗੁਰੂ ਦਾ ਪ੍ਰਸਾਦ ਹੈ। ਉਸ ਦਿਨ ਤੋਂ ਬਾਅਦ ਬਾਬੇ ਅਮਰਦਾਸ ਨੇ ਉਹ ਸਰੋਪਾ ਕਦੇ ਵੀ ਆਪਣੇ ਸਿਰ ਤੋਂ ਨਹੀਂ ਲਾਇਆ। ਹੁਣ ਸ਼ਰਧਾ ਦੇ ਨਾਮ ਦੇ ਉੱਤੇ ਇਹ ਗੱਲ ਜਿਹੜੀ ਹੈ ਸੰਤੋਖ ਸਿੰਘ ਨੇ ਲਿਖ ਦਿੱਤੀ ਕਿ ਗੁਰੂ ਦਾ ਪ੍ਰਸਾਦ ਜਾਣਦਿਆਂ ਹੋਇਆਂ, ਗੁਰੂ ਦੀ ਕਿਰਪਾ ਜਾਣਦਿਆਂ ਹੋਇਆਂ, ਗੁਰੂ ਦੀ ਬਖਸ਼ਿਸ਼ ਜਾਣਦਿਆਂ ਹੋਇਆਂ ਗੁਰੂ ਦਾ ਦਿੱਤਾ ਹੋਇਆ ਸਰੋਪਾ ਆਪਣੇ ਸਿਰ ਦੇ ਉੱਤੇ ਇੱਕ ਵਾਰੀ ਇੰਨਾ ਕੁੱਟ ਕੇ ਬੰਨ੍ਹ ਲਿਆ ਕਿ ਦੁਬਾਰਾ ਉਸ ਸਰੋਪੇ ਨੂੰ ਆਪਣੇ ਸਿਰ ਤੋਂ ਕਦੇ ਉਤਾਰਿਆ ਨਾ। ਸੁਣਨ ਵਾਲੇ ਵੀ ਸ਼ਰਧਾ ਦੇ ਪੱਖ ਤੋਂ ਇਸ ਪ੍ਰਸੰਗ ਨੂੰ ਸੁਣਦੇ ਨੇ। ਬੜੇ ਬੜੇ ਪ੍ਰਚਾਰਕ ਇਸ ਪ੍ਰਸੰਗ ਨੂੰ ਸੰਪਰਦਾਇ ਪ੍ਰਚਾਰਕ ਖਾਸ ਕਰਕੇ ਇਸੇ ਤਰੀਕੇ ਦੇ ਨਾਲ ਹੀ ਸੁਣਾਉਂਦੇ ਨੇ। ਪਰ ਕੀ ਪ੍ਰੈਕਟੀਕਲ ਜੀਵਨ ਦੇ ਅੰਦਰ, ਅਮਲੀ ਜੀਵਨ ਦੇ ਅੰਦਰ ਇਸ ਤਰੀਕੇ ਦੀ ਸੰਭਾਵਨਾ ਹੋ ਸਕਦੀ ਹੈ ਕਿ ਬਾਬੇ ਅਮਰਦਾਸ ਨੂੰ ਸਰੋਪਾ ਦਿੱਤਾ ਗਿਆ ਹੋਵੇ, ਬਾਬੇ ਅਮਰਦਾਸ ਜੀ ਨੇ ਆਪਣੇ ਸਿਰ ਦੇ ਉੱਤੇ ਬੰਨ੍ਹਿਆ ਹੋਵੇ ਤੇ ਮੁੜ ਕੇ ਕਦੇ ਉਸ ਸਰੋਪੇ ਨੂੰ ਆਪਣੇ ਸਿਰ ਤੋਂ ਉਤਾਰਿਆ ਹੀ ਨਾ ਹੋਵੇ। ਇਸ ਦਾ ਭਾਵ ਜੇ ਉਸ ਦਿਨ ਤੋਂ ਬਾਅਦ ਬਾਬੇ ਅਮਰਦਾਸ ਨੇ ਆਪਣੀ ਸੀਸ ਤੋਂ ਉਹ ਸਰੋਪਾ ਨਹੀਂ ਉਤਾਰਿਆ ਤੇ ਇਹਦਾ ਭਾਵ ਉਸ ਦਿਨ ਤੋਂ ਬਾਅਦ ਬਾਬੇ ਅਮਰਦਾਸ ਜੀ ਨੇ ਕਦੇ ਵੀ ਆਪਣੇ ਕੇਸਾਂ ਦੇ ਵਿੱਚ ਕੰਘਾ ਨਹੀਂ ਕੀਤਾ, ਕਿਉਂਕਿ ਕੇਸਾਂ ਦੇ ਵਿੱਚ ਕੰਘਾ ਕਰਨ ਵਾਸਤੇ ਤੇ ਸਿਰ ਤੋਂ ਦਸਤਾਰ ਨੂੰ, ਸਿਰ ਤੋਂ ਸਰੋਪੇ ਨੂੰ ਉਤਾਰਨਾ ਪਏਗਾ। ਇਹਦਾ ਭਾਵ ਬਾਬੇ ਅਮਰਦਾਸ ਜੀ ਨੇ 12 ਸਾਲ ਆਪਣੇ ਕੇਸਾਂ ਦੇ ਵਿੱਚ ਕੰਘਾ ਨਹੀਂ ਕੀਤਾ। ਫਿਰ ਇੱਥੇ ਹੀ ਬਸ ਨਹੀਂ, ਜੇ ਸਿਰ ਤੋਂ ਉਹ ਸਰੋਪਾ ਨਹੀਂ ਉਤਾਰਦੇ ਸਨ ਤਾਂ ਇਹਦਾ ਭਾਵ 12 ਸਾਲ ਤੱਕ ਬਾਬੇ ਅਮਰਦਾਸ ਜੀ ਨੇ ਕਦੇ ਕੇਸੀ ਇਸ਼ਨਾਨ ਵੀ ਨਹੀਂ ਕੀਤਾ ਹੋਵੇਗਾ, ਕਿਉਂਕਿ ਜੇਕਰ ਕੇਸੀ ਇਸ਼ਨਾਨ ਕਰਨਾ ਹੈ ਤਾਂ ਵੀ ਸੀਸ ਦੇ ਉੱਤੇ ਬੰਨ੍ਹਿਆ ਹੋਇਆ ਸਰੋਪਾ ਜਿਹੜਾ ਹੈ ਉਹ ਉਤਾਰਨ ਦੀ ਜ਼ਰੂਰਤ ਪੈਂਦੀ ਹੈ। ਪਰ ਇਹ ਕਹਿ ਦੇਣਾ ਕਿ ਬਾਬੇ ਅਮਰਦਾਸ ਨੇ ਉਸ ਸਰੋਪੇ ਨੂੰ ਰੱਸੀਆਂ ਦੇ ਨਾਲ ਕੁੱਟ ਕੇ ਬੰਨ੍ਹ ਲਿਆ ਔਰ ਮੁੜ ਕੇ ਕਦੇ ਉਸ ਸਰੋਪੇ ਨੂੰ ਨਹੀਂ ਉਤਾਰਿਆ ਆਪਣੇ ਸਿਰ ਤੋਂ, ਇਹ ਜਾਣਦਿਆਂ ਹੋਇਆਂ ਕਿ ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੈ, ਇਹ ਮੇਰੇ ਗੁਰੂ ਦੀ ਕਿਰਪਾ ਹੈ। ਇਹ ਆਪਣੇ ਆਪ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਅਸਲ ਦੇ ਵਿੱਚ ਸਤਿਗੁਰਾਂ ਦੀ ਸ਼ਖਸੀਅਤ ਸੀ, ਉਸ ਸ਼ਖਸੀਅਤ ਦੇ ਉੱਤੇ ਇੱਕ ਦਾਗ ਲਗਾਇਆ ਜਾ ਰਿਹਾ ਹੈ। ਬਾਬਾ ਅਮਰਦਾਸ ਪਾਤਸ਼ਾਹ ਬੁਢੇਪੇ ਦੀ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਅਪੜੇ ਸਨ ਔਰ ਬੁਢੇਪੇ ਦੀ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਾ ਕੇ ਸਖਤ ਘਾਲਣਾ ਘਾਲਣੀ ਇਸ ਗੱਲ ਦਾ ਪ੍ਰਤੀਕ ਹੈ ਕਿ ਬਾਬਾ ਅਮਰਦਾਸ ਜੀ ਦਾ ਜਿਹੜਾ ਸਰੀਰ ਹੋਏਗਾ ਉਹ ਬਹੁਤ ਜ਼ਿਆਦਾ ਤੰਦਰੁਸਤ ਹੋਏਗਾ, ਬਹੁਤ ਜ਼ਿਆਦਾ ਨਰੋਆ ਸਰੀਰ ਹੋਏਗਾ। ਉਹ ਆਪਣੇ ਸਰੀਰ ਦਾ ਬਹੁਤ ਚੰਗੇ ਤਰੀਕੇ ਦੇ ਨਾਲ ਧਿਆਨ ਰੱਖਦੇ ਹੋਣਗੇ, ਆਪਣੇ ਸਰੀਰ ਦੀ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਂਭ ਸੰਭਾਲ ਕਰਦੇ ਹੋਣਗੇ। ਪਰ ਅੰਦਾਜ਼ਾ ਲਗਾ ਕੇ ਦੇਖੋ, ਜੇ ਕੋਈ ਮਨੁੱਖ 2 ਦਿਨ 4 ਦਿਨ ਹਫ਼ਤਾ 10 ਦਿਨ ਕੇਸੀ ਇਸ਼ਨਾਨ ਨਾ ਕਰੇ, ਜਿਸ ਦੇ ਕੇਸ ਹੋਣ ਪਰ ਆਪਣੇ ਕੇਸਾਂ ਦੇ ਵਿੱਚ 2 4 10 ਦਿਨ ਮਹੀਨਾ ਆਪਣੇ ਕੇਸਾਂ ਦੇ ਵਿੱਚ ਕੰਘਾ ਨਾ ਕਰੇ,
ਉਸ ਦੇ ਸਰੀਰ ਦੀ ਹਾਲਤ ਜਿਹੜੀ ਹੈ ਕਿਹੋ ਜਿਹੀ ਹੋ ਜਾਂਦੀ ਹੈ। ਉਹੋ ਜਿਹਾ ਸਰੀਰ, ਉਹੋ ਜਿਹੀ ਦੇਹੀ ਇਹ ਕਵੀ ਸੰਤੋਖ ਸਿੰਘ ਜਿਹੜਾ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਇੱਥੇ ਬਿਆਨ ਕਰਦਾ ਹੈ। ਫਿਰ ਇਸ ਤੋਂ ਅਗਾਂਹ ਚੱਲੋ ਤੇ ਸੰਤੋਖ ਸਿੰਘ ਜੀ ਨੇ ਅੱਗੇ ਲਿਖਿਆ ਹੈ, ਕਹਿੰਦਾ ਪੁਨ ਸੰਮਤ ਦੂਸਰ ਭਾਪੂਰਨ ਸ਼੍ਰੀ ਗੁਰੂ ਦੂਜੋ ਦੀਨ ਰੁਮਾਲ ਬਖਸ਼ਿਸ਼ ਜਾਨੀ ਸਵਾਮੀ ਕਰਕੇ ਸਿਰ ਪਰ ਬਾਂਧ ਲੀਨ ਤਤਕਾਲ। ਜਦੋਂ ਦੂਸਰਾ ਸਾਲ ਹੋ ਗਿਆ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਦੂਸਰਾ ਸਰੂਪਾ ਦਿੱਤਾ ਤੇ ਬਾਬੇ ਅਮਰਦਾਸ ਜੀ ਨੇ ਉਹ ਦੂਸਰਾ ਸਰੂਪਾ ਵੀ ਆਪਣੇ ਸਿਰ ਦੇ ਉੱਪਰ ਬੰਨ੍ਹ ਲਿਆ। ਦ੍ਰਿੜ ਕਰ ਦਾਮ ਜ ਉਤਰੈ ਨਾਹਿਨ ਸਥਿਲ ਹੋਏ ਪੁਨ ਲੇਹ ਸੰਭਾਲ ਕਬਹੂ ਨਹੀਂ ਉਤਾਰ ਨਿਹਾਰੀ ਭੀਜੇ ਕਈ ਵਾਰ ਜਲ ਨਾਲ। ਹੁਣ ਸੰਤੋਖ ਸਿੰਘ ਕਹਿੰਦਾ ਕਿ ਰੱਸੀ ਦੇ ਨਾਲ ਘੁੱਟ ਕੇ ਬੰਨ੍ਹ ਲਿਆ। ਕਈ ਵਾਰੀ ਉਹ ਸਰੂਪੇ ਜਿਹੜੇ ਹਨ, ਕਿਉਂਕਿ ਜਲ ਢੋਣ ਦੀ ਸੇਵਾ ਕਰਦੇ ਨੇ, ਕਈ ਵਾਰੀ ਉਹ ਸਰੂਪੇ ਜਿਹੜੇ ਨੇ ਗਿੱਲੇ ਹੋ ਜਾਂਦੇ ਨੇ, ਭਿੱਜ ਜਾਂਦੇ ਨੇ ਪਾਣੀ ਦੇ ਨਾਲ। ਪਰ ਬਾਬੇ ਅਮਰਦਾਸ ਨੇ ਕਦੇ ਵੀ ਉਹ ਸਰੂਪੇ ਆਪਣੇ ਸਿਰ ਤੋਂ ਉਤਾਰ ਕੇ ਨਹੀਂ ਦੇਖੇ। ਇਸੇ ਤਰੀਕੇ ਦੇ ਨਾਲ ਫਿਰ ਜਦੋਂ ਇਸੇ ਅਧਿਆਏ ਦੇ 17ਵੇਂ ਅੰਕ ਦੇ ਉੱਤੇ ਜਾਂਦੇ ਆ, ਫਿਰ ਕਹਿੰਦੇ ਨੇ ਤ੍ਰਿਤੀ ਬਰਖ ਮੈਂ ਸ਼੍ਰੀ ਗੁਰੂ ਅੰਗਦ ਤ੍ਰਿਤੀ 1.5 ਗਜ ਦੀਨੋ ਚੀਰ। ਜਦੋਂ ਤੀਸਰਾ ਸਾਲ ਹੋ ਗਿਆ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਤੀਸਰਾ ਸਰੂਪਾ ਜਿਹੜਾ 1.5 ਗਜ ਦਾ ਬਾਬੇ ਅਮਰਦਾਸ ਜੀ ਨੂੰ ਦਿੱਤਾ। ਜਾਣੀ ਕਿ ਹਰੇਕ ਸਾਲ ਬਾਅਦ ਇੱਕ ਸਰੂਪਾ ਜਿਹੜਾ ਹੈ ਉਹ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਨੂੰ ਦਿੰਦੇ। ਇਸੇ ਅਧਿਆਏ ਦੇ ਜਦੋਂ ਤੁਸੀਂ 29ਵੇਂ ਪਦੇ ਦੇ ਉੱਤੇ ਪਹੁੰਚਦੇ ਹੋ, ਉੱਥੇ ਲਿਖਿਆ ਹੈ ਕਿ ਬਰਖ ਇਕਾਦਸ ਸੇਵਾ ਕੀਨਸ ਦੀਏ ਰੁਮਾਲ ਇਕਾਦਸ ਪਾਨ। ਇਕਾਦਸ ਭਾਵ 1 ਤੇ 10 11 ਸਾਲ, ਕਿ 11 ਸਾਲ ਬਾਬੇ ਅਮਰਦਾਸ ਜੀ ਨੂੰ ਸੇਵਾ ਕਰਦਿਆਂ ਹੋਇਆਂ ਬਤੀਤ ਹੋ ਗਏ ਔਰ 11 ਸਾਲਾਂ ਦੇ ਵਿੱਚ 11 ਹੀ ਰੁਮਾਲ ਜਿਹੜੇ ਆ ਉਹ ਗੁਰੂ ਅੰਗਦ ਦੇਵ ਜੀ ਨੇ ਬਾਬੇ ਅਮਰਦਾਸ ਜੀ ਨੂੰ ਦਿੱਤੇ। ਤੇ ਸੋ ਸਗਰੇ ਸਿਰ ਪਰ ਕਰ ਬੰਧਨ ਰਸੜੀ ਸੰਗ ਸੋ ਦ੍ਰਿੜਤਾ ਠਾਨ। ਉਹ 11 ਦੇ 11 ਸਰੂਪੇ ਬਾਬੇ ਅਮਰਦਾਸ ਜੀ ਨੇ ਆਪਣੇ ਸਿਰ ਦੇ ਉੱਤੇ ਰੱਸੀ ਦੇ ਨਾਲ ਘੁੱਟ ਕੇ ਬੰਨੇ ਹੋਏ ਨੇ। ਹੁਣ 11 ਸਰੂਪੇ 11 ਦਸਤਾਰਾਂ 1.5 ਗਜ ਦੀਆਂ ਆਪਣੇ ਸਿਰ ਦੇ ਉੱਤੇ ਰੱਸੀ ਦੇ ਨਾਲ ਬੰਨੀਆਂ ਹੋਈਆਂ ਨੇ। ਤੋ ਬੜੋ ਮੁਕਟ ਤਿੰਨ ਕੋ ਤਬ ਹੋਇਓ ਦਿਨ ਪ੍ਰਤ ਭੀਗੈ ਨੀਰ ਮਹਾਨ। ਹੁਣ ਸਿਰ ਦੇ ਉੱਤੇ ਬਹੁਤ ਵੱਡਾ ਮੁਕਟ ਬਣਿਆ ਹੋਇਆ ਹੈ, ਬਹੁਤ ਵੱਡਾ ਮੁੰਡਾਸਾ ਉਹ ਬਣ ਚੁੱਕਾ ਹੈ, ਜਿਹੜਾ ਕਿ ਹਰ ਰੋਜ਼ ਜਲ ਦੀ ਸੇਵਾ ਕਰਨ ਦੇ ਕਾਰਨ ਹਰ ਰੋਜ਼ ਪਾਣੀ ਦੇ ਨਾਲ ਭਿੱਜ ਜਾਂਦਾ ਹੈ ਤੇ ਪਾਣੀ ਦੇ ਨਾਲ ਭਿੱਜ ਜਾਂਦਾ ਹੈ ਹਰ ਰੋਜ਼। ਇਸ ਵਾਸਤੇ ਸੰਤੋਖ ਸਿੰਘ ਇਹ ਲਿਖਦਾ ਹੈ ਕਿ ਬਹੁ ਪਪੀਲਕਾ ਬਾਸਾ ਕੀਨਸ ਅਪਰ ਜੀਵ ਉਪਜੇ ਤਿਸ ਥਾਨ। ਪਪੀਲਕਾ ਕੀੜੀਆਂ। ਕਿਸ ਤਰੀਕੇ ਦੇ ਨਾਲ ਇਹਨਾਂ ਪੰਕਤੀਆਂ ਦੇ ਅਰਥ ਕਰੀਏ ਜੋ ਕਵੀ ਸੰਤੋਖ ਸਿੰਘ ਜੀ ਨੇ ਕਾਵ ਰੂਪ ਦੇ ਵਿੱਚ ਲਿਖ ਦਿੱਤਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦੇ ਵਿੱਚ ਜਿਹੜੇ ਨੇ ਕਈ ਤਰ੍ਹਾਂ ਦੇ ਕਿਰਮ ਜਿਹੜੇ ਨੇ, ਕਈ ਤਰ੍ਹਾਂ ਦੇ ਜੀਵ ਜਿਹੜੇ ਨੇ, ਕੀੜੀਆਂ ਜਿਹੜੀਆਂ ਹਨ ਉਹ ਉਹਨਾਂ ਦੇ ਸਿਰ ਦੇ ਵਿੱਚ ਪੈਦਾ ਹੋ ਗਈਆਂ। ਸ਼ਰਧਾ ਦੇ ਨਾਮ ਦੇ ਉੱਤੇ ਇਹ ਪ੍ਰਸੰਗ, ਇਹ ਸਾਖੀ ਜਿਹੜੀ ਸੰਤੋਖ ਸਿੰਘ ਨੇ ਲਿਖੀ ਹੈ ਤੇ ਸੰਪਰਦਾਇ ਪ੍ਰਚਾਰਕ ਹੂਬਹੂ ਇਸੇ ਤਰੀਕੇ ਦੇ ਨਾਲ ਇਹਨਾਂ ਪ੍ਰਸੰਗਾਂ ਨੂੰ ਸੰਗਤਾਂ ਦੇ ਵਿੱਚ ਸੁਣਾਉਂਦੇ ਵੀ ਹਨ। ਕੀ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਖਸੀਅਤ ਦੇ ਨਾਲ ਇਨਸਾਫ ਕੀਤਾ ਜਾ ਰਿਹਾ ਹੈ ਜਾਂ ਕਿਹੋ ਜੀ ਤਸਵੀਰ ਜਿਹੜੀ ਹੈ ਇਸ ਇਤਿਹਾਸ ਦੀ ਰਾਹੀਂ, ਇਹਨਾਂ ਇਤਿਹਾਸਕ ਗ੍ਰੰਥਾਂ ਦੀ ਰਾਹੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਅਸੀਂ ਲੋਕਾਂ ਦੇ ਮਨਾਂ ਦੇ ਅੰਦਰ ਬਣਾ ਰਹੇ ਹਾਂ। ਜਾਨੀ ਕਿ ਸਿੱਖ ਕਹਾਉਣ ਵਾਲੇ ਹੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦੇ ਵਿੱਚ ਕੀੜੇ ਪਏ ਹੋਏ ਸਨ, ਇਹ ਪ੍ਰਸੰਗ ਲਿਖ ਰਹੇ ਹਨ ਔਰ ਇਹ ਪ੍ਰਸੰਗ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਸੁਣਾ ਰਹੇ ਹਨ ਤੇ ਸੁਣਨ ਵਾਲੇ ਸ਼ਰਧਾ ਦੇ ਨਾਮ ਦੇ ਉੱਤੇ ਇਸ ਨੂੰ ਸੁਣ ਕੇ ਇਹਨਾਂ ਗ੍ਰੰਥਾਂ ਨੂੰ ਮੱਥੇ ਟੇਕ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਨਿਆਈ ਹੀ ਇਹਨਾਂ ਗ੍ਰੰਥਾਂ ਨੂੰ ਮੰਜੀ ਸਾਹਿਬ ਦੇ ਉੱਤੇ ਪ੍ਰਕਾਸ਼ ਕੀਤਾ ਜਾ ਰਿਹਾ ਹੈ, ਉਸੇ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਰੁਮਾਲੇ ਪਾਏ ਜਾ ਰਹੇ ਹਨ। ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਕਿੰਨੇ ਕ੍ਰਾਂਤੀਕਾਰੀ ਇਨਕਲਾਬੀ ਕੰਮ ਕੀਤੇ ਸਨ। ਗੋਇੰਦਵਾਲ ਵਿਖੇ ਬੌਲੀ ਦੀ ਰਚਨਾ ਕਰਨੀ, ਸਭ ਤੋਂ ਵੱਡੀ ਮੰਨੀ ਜਾਂਦੀ ਸੁੱਚ ਪਿੱਟ
ਉਹਦੇ ਉੱਤੇ ਇੱਕ ਕਰਾਰੀ ਸੱਟ ਸੀ ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਮਾਰੀ ਸੀ। 4 ਵਰਨਾਂ ਦੇ ਲੋਕਾਂ ਨੂੰ ਇੱਕੋ ਜਗ੍ਹਾ ਦੇ ਉੱਤੋਂ ਪਾਣੀ ਵਰਤਣ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੁਕਮ ਦੇ ਦਿੱਤਾ। ਇੱਕੋ ਜਗ੍ਹਾ ਤੇ ਇਸ਼ਨਾਨ ਕਰਨ ਦਾ ਹੁਕਮ ਦੇ ਦਿੱਤਾ। ਪਹਿਲਾਂ ਪੰਗਤ ਫਿਰ ਸੰਗਤ ਦਾ ਸਿਧਾਂਤ ਜਿਹੜਾ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਲਾਗੂ ਕਰ ਦਿੱਤਾ ਕਿ ਜਿਸ ਨੇ ਸੰਗਤ ਦੇ ਵਿੱਚ ਬੈਠਣਾ ਹੈ ਪਹਿਲਾਂ ਇੱਕੋ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ। ਉਸ ਵੇਲੇ ਦੇ ਬਾਦਸ਼ਾਹ ਅਕਬਰ ਵਰਗਿਆਂ ਦੇ ਨਾਲ ਗੱਲਬਾਤ ਕਰਕੇ ਜਿਹੜੀ ਇੱਕ ਬਹੁਤ ਭੈੜੀ ਪ੍ਰਥਾ ਪ੍ਰਚਲਿਤ ਸੀ, ਸਤੀ ਦੀ ਪ੍ਰਥਾ, ਜਿਸ ਵਿੱਚ ਔਰਤ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਸੀ, ਉਸ ਨੂੰ ਆਪਣੇ ਮਰ ਚੁੱਕੇ ਪਤੀ ਦੀ ਚਿਖਾ ਦੇ ਵਿੱਚ ਮਜਬੂਰਨ ਨਾ ਚਾਹੁੰਦਿਆਂ ਹੋਇਆਂ ਵੀ ਸੜ ਕੇ ਜਿਉਂਦਿਆਂ ਮਰਨਾ ਪੈਂਦਾ ਸੀ। ਉਸ ਪ੍ਰਥਾ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬੰਦ ਕਰਵਾਉਂਦੇ ਨੇ। ਯਾਨੀ ਕਿ ਇਤਨੀ ਵਧੀਆ ਸੋਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ, ਤੇ ਉਸ ਸੋਚ ਦੀ ਘਾੜਤ ਕਵੀ ਸੰਤੋਖ ਸਿੰਘ ਮੁਤਾਬਕ ਇਹਨਾਂ ਆਖੇ ਜਾਂਦੇ ਸਾਡੇ ਇਤਿਹਾਸਕ ਗ੍ਰੰਥਾਂ ਮੁਤਾਬਕ ਕਿਸ ਤਰੀਕੇ ਦੇ ਨਾਲ ਘੜੀ ਜਾ ਰਹੀ ਹੈ ਕਿ 12 ਸਾਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੇਸ ਨਹੀਂ ਵਾਏ, 12 ਸਾਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਦਸਤਾਰ ਨਹੀਂ ਉਤਾਰੀ, 12 ਸਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੇਸੀ ਇਸ਼ਨਾਨ ਨਹੀਂ ਕੀਤਾ, ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦੇ ਵਿੱਚ ਕਿਰਮ ਚੱਲੇ ਹੋਏ ਸਨ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਇਹਨਾਂ ਗ੍ਰੰਥਾਂ ਦੀ ਸੰਪਾਦਨਾ ਭਾਈ ਵੀਰ ਸਿੰਘ ਜੀ, ਜਿਨ੍ਹਾਂ ਨੇ ਇਹਨਾਂ ਗ੍ਰੰਥਾਂ ਦੀ ਸੰਪਾਦਨਾ ਕੀਤੀ, ਭਾਵੇਂ ਉਹਨਾਂ ਨੇ ਥੱਲੇ ਇਹ ਨੋਟ ਲਿਖਿਆ ਹੈ ਕਿ ਇਹ ਗੱਲ ਜਿਹੜੀ ਹੈ ਇਹ ਗੁਰੂ ਘਰ ਦੇ ਨਿੰਦਕਾਂ ਵੱਲੋਂ ਪ੍ਰਚਾਰੀ ਗਈ ਮਹਿਮਾ ਪ੍ਰਕਾਸ਼ ਆਦਿਕ ਗ੍ਰੰਥਾਂ ਦੇ ਵਿੱਚ, ਯਾਨੀ ਕਿ ਇਹਨਾਂ ਗੱਲਾਂ ਨੂੰ ਲਿਖਣ ਵਾਲੇ, ਇਹਨਾਂ ਗੱਲਾਂ ਨੂੰ ਪ੍ਰਚਾਰਨ ਵਾਲਿਆਂ ਨੂੰ ਭਾਈ ਵੀਰ ਸਿੰਘ ਗੁਰੂ ਕੇ ਨਿੰਦਕ ਕਹਿੰਦੇ ਪਏ ਨੇ। ਤੇ ਜਿਸ ਨਿੰਦਕ ਨੇ ਇਸ ਗ੍ਰੰਥ ਨੂੰ ਲਿਖਿਆ ਹੈ ਉਸ ਨੂੰ ਮਹਾਕਵੀ ਦਾ, ਉਸ ਨੂੰ ਚੂੜਾਮਣੀ ਦਾ ਉਹ ਖਿਤਾਬ ਵੀ ਨਾਲੋਂ ਨਾਲ ਦਿੱਤਾ ਜਾ ਰਿਹਾ ਹੈ, ਔਰ ਨਾਲ ਦੀ ਨਾਲ ਉਹਦੇ ਗ੍ਰੰਥਾਂ ਦੀ ਸੰਪਾਦਨਾ ਵੀ ਕੀਤੀ ਜਾ ਰਹੀ ਹੈ। ਫਿਰ ਇੱਥੇ ਬਸ ਨਹੀਂ, ਇਸੇ ਹੀ ਅਧਿਆਏ ਦੇ ਵਿੱਚ ਸੰਤੋਖ ਸਿੰਘ ਨੇ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਰੱਜ ਕੇ ਤੌਹੀਨ ਕੀਤੀ ਹੈ ਇਸ ਪ੍ਰਸੰਗ ਦੇ ਅੰਦਰ, ਉੱਥੇ ਸੰਤੋਖ ਸਿੰਘ ਨੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦਾ ਵੀ ਲਿਹਾਜ਼ ਨਹੀਂ ਕੀਤਾ। ਮੈਂ ਕਈ ਵਾਰੀ ਆਖਿਆ ਕਿ ਸੰਤੋਖ ਸਿੰਘ ਕਿਸੇ ਵੀ ਗੁਰੂ ਪਾਤਸ਼ਾਹ ਜੀ ਦਾ ਸਕਾ ਨਹੀਂ ਬਣਿਆ। ਭਾਵੇਂ ਅੱਜ ਸੰਪਰਦਾਈ ਲੋਕ ਆਖਦੇ ਹਨ ਕਿ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 72 ਵਾਰੀ ਦਰਸ਼ਨ ਦਿੱਤੇ ਸਨ, ਆਪ ਉਹਦੇ ਕੋਲੋਂ ਇਤਿਹਾਸ ਲਿਖਵਾਇਆ ਸੀ, ਪਰ ਕੋਈ 10, 15, 20 ਪੰਨੇ ਇਸ ਇਤਿਹਾਸ ਦੇ ਵਿੱਚੋਂ ਲਗਾਤਾਰ ਸਾਨੂੰ ਇਹੋ ਜਿਹੇ ਨਹੀਂ ਮਿਲਦੇ ਜਿਨ੍ਹਾਂ ਪੰਨਿਆਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਜਾਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਸਿਧਾਂਤਾਂ ਦੀ ਪੁੱਜ ਕੇ ਨਿਖੇਧੀ ਜਿਹੜੀ ਹੈ ਉਹ ਨਾ ਕੀਤੀ ਗਈ ਹੋਵੇ। ਇਸੇ ਹੀ ਅਧਿਆਏ ਦੇ ਵਿੱਚ ਜਿੱਥੇ ਸੰਤੋਖ ਸਿੰਘ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਇਹ ਲਿਖਿਆ ਹੈ ਕਿ ਉਹਨਾਂ ਦੇ ਸੀਸ ਦੇ ਵਿੱਚ ਕਿਰਮ ਪੈ ਚੁੱਕੇ ਸਨ, ਉੱਥੇ ਨਾਲ ਦੀ ਨਾਲ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਪੈਰ ਦੇ ਅੰਗੂਠੇ ਦੇ ਉੱਤੇ ਕੋੜ ਹੋਇਆ ਸੀ। ਇਹ ਵੀ ਸੰਤੋਖ ਸਿੰਘ ਜੀ ਨੇ ਇਸੇ ਹੀ ਅਧਿਆਏ ਦੇ ਵਿੱਚ ਲਿਖਿਆ ਹੈ ਕਿ ਉਸ ਅੰਗੂਠੇ ਨੂੰ ਜਿਹਦੇ ਉੱਤੇ ਇੱਕ ਫੋੜਾ ਹੋਇਆ ਸੀ, ਜਿਹਦੇ ਵਿੱਚੋਂ ਹਰ ਵੇਲੇ ਲਹੂ ਸਿਮਦਾ ਰਹਿੰਦਾ ਸੀ, ਬਾਬਾ ਅਮਰਦਾਸ ਜੀ ਉਸ ਅੰਗੂਠੇ ਨੂੰ ਆਪਣੇ ਮੂੰਹ ਦੇ ਵਿੱਚ ਪਾਉਂਦੇ ਸਨ ਹਰ ਰੋਜ਼, ਤਾਂ ਜੋ ਗੁਰੂ ਅੰਗਦ ਦੇਵ ਜੀ ਨੂੰ ਰਾਤ ਨੂੰ ਆਰਾਮ ਦੇ ਨਾਲ ਸੁੱਖ ਦੀ ਨੀਂਦ ਆ ਸਕੇ। ਉਹ ਪ੍ਰਸੰਗ ਵੀ ਤੁਸੀਂ ਦੇਖ ਲਓ, ਸਕਰੀਨ ਦੇ ਉੱਪਰ ਪੰਕਤੀਆਂ ਨੇ ਕਿ ਇੱਕ ਦਿਨ ਸ਼੍ਰੀ ਅੰਗਦ ਜੀ ਸੋਏ, ਚਰਨ ਅੰਗੂਠ ਲੀਨ ਮੁਖ ਤਾਰ, ਰਾਂਦ ਰੁਦਰ ਜੋ ਹੋਏ ਇਕੱਤਰੈ, ਮੁਖ ਤੇ ਥੂਕ ਦੇਤ ਛਿਟਦਾਰ। ਕਿ ਇੱਕ ਦਿਨ ਗੁਰੂ ਅੰਗਦ ਦੇਵ ਜੀ ਸੁੱਤੇ ਹੋਏ ਸਨ ਤੇ ਉਹਨਾਂ ਦਾ ਅੰਗੂਠਾ ਬਾਬਾ ਅਮਰਦਾਸ ਜੀ ਨੇ ਆਪਣੇ ਮੂੰਹ ਵਿੱਚ ਪਾਇਆ ਸੀ। ਮੂੰਹ ਵਿੱਚ ਜਿਸ ਵੇਲੇ ਲਹੂ ਇਕੱਤਰ ਹੋ ਗਿਆ ਤੇ ਉਹਨਾਂ ਨੇ ਉਹ ਲਹੂ ਜਿਹੜਾ ਸੀ ਬਾਹਰ ਜਾ ਕੇ ਥੁੱਕ ਦਿੱਤਾ। ਪੁਨ ਆਨਨ ਮੈਂ ਧਾਰੈ ਸੁਖ ਹਿਤ ਪਾਏ ਨ ਸੰਕਟ ਗੁਰੂ ਉਦਾਰ, ਬੈਠੇ ਬੀਤਿਓ ਏਕ ਜਾਮ ਜਬ ਹਿਰਦੇ ਮੈਂ ਤਬ ਕੀਨ ਵਿਚਾਰ। ਤੇ ਦੁਬਾਰਾ ਆਣ ਕੇ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦਾ ਉਹ ਫੋੜੇ ਵਾਲਾ ਜਿਹਦੇ ਵਿੱਚੋਂ ਲਹੂ ਸਿਮਦਾ ਰਹਿੰਦਾ ਸੀ ਹਰ ਵੇਲੇ, ਉਹ ਅੰਗੂਠਾ ਬਾਬੇ ਅਮਰਦਾਸ ਜੀ ਨੇ ਆਪਣੇ ਮੂੰਹ ਵਿੱਚ ਪਾ ਲਿਆ।
ਤੇ ਸੰਤੋਖ ਸਿੰਘ ਕਹਿੰਦਾ ਕਿ ਇੱਕ ਜਾਮ ਇੱਕ ਪਹਿਰ ਦਾ ਸਮਾਂ ਬਤੀਤ ਹੋ ਗਿਆ। ਫਿਰ ਬਾਬਾ ਅਮਰਦਾਸ ਆਪਣੇ ਚਿੱਤ ਦੇ ਅੰਦਰ ਸੋਚਦੇ ਨੇ ਕਿ ਮੋਹ ਮਹਿ ਸ਼ਕਤ ਕਾਮ ਕਿਸ ਆਮੈ, ਗੁਰ ਸ਼ਰੀਰ ਤੇ ਜੇ ਦੁਖ ਪਾਏ, ਕਰੂੰ ਅਰੋਗ ਜੋ ਬ੍ਰਿਣ ਇਹ ਸੁਕੈ, ਸਰਬ ਪ੍ਰਕਾਰ ਤਵੈ ਸੁਖ ਆਏ। ਕਿ ਬਾਬਾ ਅਮਰਦਾਸ ਜੀ ਆਪਣੇ ਚਿੱਤ ਦੇ ਅੰਦਰ ਵਿਚਾਰ ਕਰਦੇ ਨੇ, ਇੰਨੇ ਸਾਲ ਹੋ ਗਏ ਨੇ ਮੈਨੂੰ ਸੇਵਾ ਕਰਦਿਆਂ ਹੋਇਆਂ, ਤੇ ਸੇਵਾ ਕਰਦਿਆਂ ਮੇਰੇ ਅੰਦਰ ਜਿਹੜੀ ਸ਼ਕਤੀ ਆਈ ਹੈ, ਮੇਰੇ ਅੰਦਰ ਜਿਹੜੀਆਂ ਰਿੱਧੀਆਂ ਸਿੱਧੀਆਂ ਆਈਆਂ ਨੇ, ਜਿਹੜੀਆਂ ਕਰਾਮਾਤੀ ਤਾਕਤਾਂ ਮੈਨੂੰ ਸੇਵਾ ਕਰਦਿਆਂ ਹੋਇਆਂ ਪ੍ਰਾਪਤ ਹੋ ਗਈਆਂ ਨੇ, ਜੇ ਉਹਨਾਂ ਸ਼ਕਤੀਆਂ ਦੇ ਨਾਲ ਮੈਂ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਦੇ ਇਸ ਕੋੜ ਨੂੰ ਦੂਰ ਨਾ ਕਰ ਸਕਿਆ ਤੇ ਮੇਰੀਆਂ ਸ਼ਕਤੀਆਂ ਕਿਸ ਕੰਮ ਆਉਣੀਆਂ ਨੇ। ਸੋ ਚੰਗਾ ਹੋਵੇ ਮੈਂ ਆਪਣੀਆਂ ਕਰਾਮਾਤਾਂ ਦੇ ਨਾਲ ਗੁਰੂ ਅੰਗਦ ਦੇਵ ਜੀ ਦੇ ਪੈਰ ਦੇ ਅੰਗੂਠੇ ਦੇ ਇਸ ਫੋੜੇ ਨੂੰ ਦੂਰ ਕਰਦਿਆਂ, ਸਤਿਗੁਰਾਂ ਦੇ ਪੈਰ ਦੇ ਰੋਗ ਨੂੰ ਦੂਰ ਕਰਦਿਆਂ, ਤਾਂ ਜੋ ਗੁਰੂ ਅੰਗਦ ਦੇ ਪਾਤਸ਼ਾਹ ਜਿਹੜੇ ਨੇ ਉਹ ਸੁੱਖ ਦੇ ਨਾਲ ਆਪਣਾ ਜੀਵਨ ਬਤੀਤ ਕਰਨ। ਤੇ ਸੰਤੋਖ ਸਿੰਘ ਕਹਿੰਦਾ ਵੀ ਇਮ ਵਿਚਾਰ ਕਰ ਆਪਨ ਸ਼ਕਤ ਤੇ ਸਗਰੋ ਰੋਗ ਦੀਨ ਬਿਨਸਾਏ, ਭਏ ਅਰੋਗ ਅੰਗ ਸਭ ਸਦਰੇ, ਦੇਖਤ ਬਿਸਮਤ ਹੋਏ ਹਰ ਖਾਏ। ਇਹ ਵਿਚਾਰ ਕਰਕੇ ਆਪਣੀ ਸ਼ਕਤੀ ਦੇ ਨਾਲ, ਆਪਣੀਆਂ ਕਰਾਮਾਤਾਂ ਦੇ ਨਾਲ ਬਾਬੇ ਅਮਰਦਾਸ ਨੇ ਗੁਰੂ ਅੰਗਦ ਦੇਵ ਜੀ ਦਾ ਉਹ ਰੋਗ ਜਿਹੜਾ ਸੀ ਉਹ ਦੂਰ ਕਰ ਦਿੱਤਾ। ਸਿੱਖ ਅਖਵਾਉਣ ਵਾਲੇ ਇਹਨਾਂ ਗ੍ਰੰਥਾਂ ਦੀ ਕਥਾ ਕਰਦੇ ਨੇ ਤੇ ਸਿੱਖ ਅਖਵਾਉਣ ਵਾਲੇ ਹੀ ਇਹਨਾਂ ਗ੍ਰੰਥਾਂ ਦੀ ਕਥਾ ਸੁਣਦੇ ਨੇ, ਤੇ ਇਹਨਾਂ ਗ੍ਰੰਥਾਂ ਨੂੰ ਲਿਖਣ ਵਾਲਿਆਂ ਨੂੰ ਵੱਡੇ ਵੱਡੇ ਖਿਤਾਬ ਦਿੱਤੇ ਗਏ ਨੇ। ਇਹਨਾਂ ਗ੍ਰੰਥਾਂ ਨੂੰ ਲਿਖਣ ਵਾਲਿਆਂ ਦੀਆਂ ਫੋਟੋਆਂ ਸਿੱਖਾਂ ਦੇ ਕੇਂਦਰੀ ਅਜਾਇਬ ਘਰ ਦੇ ਵਿੱਚ ਲੱਗੀਆਂ ਹੋਈਆਂ ਨੇ। ਮਹਾਕਵੀ ਆਖਿਆ ਜਾ ਰਿਹਾ ਹੈ, ਚੂੜਾਮਣੀ ਆਖਿਆ ਜਾ ਰਿਹਾ ਹੈ, ਜਿਹੜਾ ਇਹ ਲਿਖਦਾ ਪਿਆ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦੇ ਵਿੱਚ ਵੀ ਕੀੜੇ ਪਏ ਹੋਏ ਸਨ, ਔਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਪੈਰ ਦੇ ਅੰਗੂਠੇ ਨੂੰ ਵੀ ਕੋੜ ਹੋਇਆ ਸੀ। ਤੇ ਸਿੱਖ ਸ਼ਰਧਾ ਦੇ ਨਾਮ ਦੇ ਉੱਤੇ ਸੁਣ ਕੇ ਜਕਾਰੇ ਲਗਾਈ ਜਾ ਰਹੇ ਨੇ। ਇਹਦੇ ਪਿੱਛੇ ਦਲੀਲ ਕੀ ਦਿੱਤੀ ਹੈ ਕਵੀ ਸੰਤੋਖ ਸਿੰਘ ਜੀ ਨੇ, ਉਹ ਵੀ ਥੋੜਾ ਧਿਆਨ ਦੇਣਾ ਵੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਜਾਗੇ ਨੇ, ਉਹਨਾਂ ਨੇ ਜਾਗ ਕੇ ਦੇਖਿਆ ਹੈ ਕਿ ਮੇਰੇ ਅੰਗੂਠੇ ਦੇ ਉੱਤੇ ਜਿਹੜਾ ਫੋੜਾ ਸੀ, ਉਹ ਫੋੜਾ ਤੇ ਹੁਣ ਕਿਧਰੇ ਦਿਖਾਈ ਨਹੀਂ ਦਿੰਦਾ। ਸ਼੍ਰੀ ਅੰਗਦ ਜੀ ਜਾਗ ਪਿਖਿਓ ਤਨ, ਚਰਨ ਅੰਗੂਠੇ ਮੈਂ ਬ੍ਰਣ ਨਾਹੇ, ਅਪਰ ਸ਼ਰੀਰ ਅਰੋਗ ਪਇਓ, ਸਭ ਬੋਰ ਬਲੋਕਿਓ ਬੈਠਿਓ ਪਾਹੇ, ਹਿਰਦੇ ਵਿਚਾਰਿਓ ਕਿਆ ਇਹ ਹੋਇਓ, ਸੁਪਤ ਜਾਮ ਇੱਕ ਰੋਗ ਬਿਲਾਹੇ, ਪੁੰਨ ਜਾਣਿਓ ਸ਼੍ਰੀ ਅਮਰ ਕੀਨ ਇਮ, ਕੁਸ਼ਕ ਸ਼ਕਤ ਹੋਈ ਇਨ ਮਾਹੇ। ਕਹਿੰਦੇ ਨੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਜਾਣ ਲਿਆ ਕਿ ਜਿਹੜਾ ਮੇਰਾ ਸਰੀਰ ਤੰਦਰੁਸਤ ਹੋ ਗਿਆ ਹੈ, ਜਿਹੜਾ ਮੇਰਾ ਸਰੀਰ ਅਰੋਗ ਹੋ ਗਿਆ ਹੈ, ਇਹ ਅਮਰਦਾਸ ਦੇ ਵਿੱਚ ਕੋਈ ਸ਼ਕਤੀ ਹੈ, ਅਮਰਦਾਸ ਦੇ ਵਿੱਚ ਕੋਈ ਕਰਾਮਾਤ ਹੈ, ਅਮਰਦਾਸ ਦੇ ਵਿੱਚ ਕੋਈ ਰਿੱਧੀ ਸਿੱਧੀ ਹੈ। ਇਹ ਅਮਰਦਾਸ ਨੇ ਇਹ ਕੀਤਾ ਹੈ ਜੋ ਮੇਰੇ ਪੈਰ ਦੇ ਅੰਗੂਠੇ ਦੇ ਕੋੜ ਨੂੰ, ਅੰਗੂਠੇ ਦੇ ਉਸ ਫੋੜੇ ਨੂੰ ਇਹਨਾਂ ਨੇ ਦੂਰ ਕਰ ਦਿੱਤਾ ਹੈ। ਤੇ ਇਹ ਦੇਖ ਕੇ ਸੰਤੋਖ ਸਿੰਘ ਕਹਿੰਦਾ ਹੈ ਕਿ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਾਬੇ ਅਮਰਦਾਸ ਜੀ ਦੇ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਹੋਇਆਂ ਆਖਿਆ ਵੀ ਪੁੰਨ ਜਨ ਸੁਨ ਪੁਰਖਾ, ਤੈਂ ਕਿਆ ਇਹ ਕੀਨਸ, ਜਰਾ ਸ਼ਕਤ ਵੀ ਜਰੀ ਨਾ ਜਾਏ। ਪੁਰਖਾ ਇਹ ਤੂੰ ਕੀ ਕੀਤਾ, ਤੇਰੇ ਕੋਲੋਂ ਥੋੜੀ ਜਿਹੀ ਸ਼ਕਤੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਕੀਤੀ ਗਈ। ਇਹ ਜਿਹੜਾ ਸਾਡੇ ਪੈਰ ਦੇ ਅੰਗੂਠੇ ਦੇ ਉੱਤੇ ਫੋੜਾ ਹੋਇਆ ਸੀ, ਇਹ ਤੇ ਇਸ ਵਾਸਤੇ ਸੀ ਵੀ 3 ਲੋਕ ਪਤ ਸ਼੍ਰੀ ਗੁਰੂ ਨਾਨਕ ਇਸ ਤਨ ਕੋ 3 ਸ਼ੀਸ ਨਿਵਾਏ, ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ 3 ਲੋਕਾਂ ਦੇ ਮਾਲਕ ਨੇ, ਉਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮੇਰੇ ਪੈਰਾਂ ਦੇ ਉੱਤੇ ਸੀਸ ਨਵਾਇਆ ਸੀ। ਇਸ ਵਾਸਤੇ ਉਚਿਤ ਕਸ਼ਟ ਕੇ ਹੈ ਇਹ ਸਾਧੀ, ਕਿਉਂ ਇਹ ਦੀਨੋਂ ਰੋਗ ਗਵਾਏ। ਕਿਉਂਕਿ ਇਹਨਾਂ ਪੈਰਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮੱਥਾ ਟੇਕਿਆ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸੀਸ ਨਵਾਇਆ ਸੀ। ਇਸ ਵਾਸਤੇ ਇਹਨਾਂ ਪੈਰਾਂ ਨੂੰ, ਇਸ ਦੇਹੀ ਨੂੰ, ਇਸ ਸਰੀਰ ਨੂੰ ਕਸ਼ਟ ਮਿਲਣਾ ਚਾਹੀਦਾ ਹੈ, ਸਜ਼ਾ ਮਿਲਣੀ ਚਾਹੀਦੀ ਸੀ। ਇਸ ਵਾਸਤੇ ਮੈਂ ਆਪਣੇ ਸਰੀਰ ਦੇ ਇਸ ਅੰਗ ਨੂੰ ਕੋੜੀ ਕੀਤਾ ਹੋਇਆ ਸੀ, ਪੈਰ ਦੇ ਅੰਗੂਠੇ ਦੇ ਉੱਤੇ, ਇਸ ਵਾਸਤੇ ਇਹ ਮੇਰੇ ਫੋੜਾ ਸੀ, ਤਾਂ ਜੋ ਮੇਰੇ ਸਰੀਰ ਨੂੰ ਇਸ ਗੱਲ ਦੀ ਸਜ਼ਾ ਮਿਲੇ ਕਿ ਇਸ ਸਰੀਰ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਮੱਥਾ ਕਿਉਂ ਟਿਕਵਾ ਲਿਆ। ਦਲੀਲ ਇਹ ਦਿੱਤੀ ਗਈ। ਜਦ ਕਿ ਕਈ ਵਾਰੀ ਅਸੀਂ ਇਹ ਬੇਨਤੀ ਕੀਤੀ ਆ
ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੇਸ਼ੱਕ ਸਾਰੀ ਦੁਨੀਆ ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਏ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਚਾਰ ਸੁਣੇ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਕੀਤੀ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਨੂੰ ਨੇੜਿਓਂ ਹੋ ਕੇ ਤੱਕਿਆ, ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਸੀਸ ਝੁਕਾਉਣ ਤੋਂ ਬਗੈਰ ਰਹਿ ਨਹੀਂ ਸਕੇ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਭ ਨਾਲੋਂ ਜ਼ਿਆਦਾ ਖੁਸ਼ੀ ਉਸ ਦਿਨ ਹੋਈ ਹੋਵੇਗੀ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪ ਭਾਈ ਲਹਿਣਾ ਜੀ ਦੇ ਅੱਗੇ ਨਮਸਕਾਰ ਕੀਤੀ ਹੋਵੇਗੀ ਕਿ ਆਖਰਕਾਰ ਕੋਈ ਨਾ ਕੋਈ ਮਿਲ ਗਿਆ ਜਿਸ ਨੂੰ ਮੈਂ ਆਪਣਾ ਰੂਪ ਕਹਿ ਸਕਦਾ ਹਾਂ। ਮੇਰੇ ਪੁੱਤਰ ਮੇਰੇ ਆਪਣੇ ਨਹੀਂ ਬਣੇ, ਮੇਰੇ ਪੁੱਤਰ ਜਿਨ੍ਹਾਂ ਦੇ ਅੰਦਰ ਮੇਰਾ ਆਪਣਾ ਲਹੂ ਸੀ, ਜਿਨ੍ਹਾਂ ਦੇ ਨਾਲ ਮੇਰਾ ਖੂਨ ਦਾ ਨਾਤਾ ਸੀ, ਉਹਨਾਂ ਨੇ ਮੈਨੂੰ ਨਹੀਂ ਸਮਝਿਆ, ਉਹ ਮੇਰਾ ਰੂਪ ਨਹੀਂ ਬਣ ਸਕੇ। ਪਰ ਲਹਿਣਾ ਇਹ ਮੇਰਾ ਰੂਪ ਬਣ ਗਿਆ। ਇਹ ਮੇਰੀ ਵਿਚਾਰਧਾਰਾ ਨੂੰ ਅਗਾਂਹ ਸੰਸਾਰ ਦੇ ਅੰਦਰ, ਦੁਨੀਆ ਦੇ ਅੰਦਰ ਲੈ ਕੇ ਜਾਵੇਗਾ। ਸਭ ਨਾਲੋਂ ਜ਼ਿਆਦਾ ਖੁਸ਼ੀ ਦਾ ਸਮਾਂ ਹੋਵੇਗਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਅੰਦਰ, ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਲਹਿਣੇ ਨੂੰ ਨਮਸਕਾਰ ਕੀਤੀ ਹੋਵੇਗੀ। ਤੇ ਬਾਣੀ ਦੇ ਵਿੱਚੋਂ ਜਦੋਂ ਇਹੋ ਜਿਹੀਆਂ ਗਵਾਹੀਆਂ ਪੜ੍ਹਦੇ ਹਾਂ, ਖਾਸ ਕਰਕੇ ਸੱਤਾ ਤੇ ਬਲਵੰਡ ਜੀ ਦੀ ਵਾਰ ਦੇ ਬੋਲ ਆਪਾਂ ਪੜ੍ਹਦੇ ਹਾਂ, ਉੱਥੇ ਤੇ ਸਪਸ਼ਟ ਇਹ ਲਿਖਿਆ ਹੋਇਆ ਹੈ ਕਿ ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਜਿਹੋ ਜਿਹਾ ਜ਼ਿੰਦਗੀ ਜਿਉਣ ਦਾ ਢੰਗ ਗੁਰੂ ਨਾਨਕ ਪਾਤਸ਼ਾਹ ਦਾ, ਜਿਹੋ ਜਿਹੀ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ, ਉਹੋ ਜਿਹੀ ਵਿਚਾਰਧਾਰਕ ਜੋਤ ਗੁਰੂ ਅੰਗਦ ਦੇਵ ਜੀ ਦੀ ਹੈ। ਜ਼ਿੰਦਗੀ ਜਿਉਣ ਦਾ ਉਹੋ ਜਿਹਾ ਢੰਗ ਗੁਰੂ ਅੰਗਦ ਦੇਵ ਜੀ ਦਾ ਹੈ। ਕਹਿੰਦੇ ਨੇ ਕੇਵਲ ਸਰੀਰ ਵੱਖੋ ਵੱਖਰਾ ਦਿਸਦਾ ਪਿਆ ਹੈ, ਕੇਵਲ ਸਰੀਰ ਬਦਲਿਆ ਹੋਇਆ ਹੈ। ਦੇਖਣ ਨੂੰ ਦੋ ਜਾਪਦੇ ਨੇ ਪਰ ਦੋਨਾਂ ਦੇ ਵਿਚਾਰ ਜਿਹੜੇ ਨੇ ਇੱਕੋ ਜਿਹੇ ਨੇ। ਉਸੇ ਵਾਰ ਦੇ ਵਿੱਚ ਇੱਕ ਬਚਨ ਆਉਂਦਾ ਕਿ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕੇ ਆਉਣਾ। ਐਵੇਂ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਦੇ ਅੱਗੇ ਨਮਸਕਾਰ ਕੀਤੀ। ਉੱਥੇ ਵਾਕ ਨੇ ਕਿ ਆਪ ਆਪੈ ਸੇਤੀ ਮਿਕੇ ਆਉਣਾ। ਪਹਿਲਾਂ ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਆਪਣੇ ਨਾਲ ਮਿਕਿਆ ਹੈ। ਮਿਕਿਆ ਤੋਂ ਭਾਵ ਆਪਣੇ ਨਾਲ ਸਾਵਾਂ ਕਰ ਲੈਣਾ, ਆਪਣੇ ਬਰਾਬਰ ਕਰ ਲੈਣਾ। ਬਿਲਕੁਲ ਆਪਣੇ ਵਿੱਚ ਤੇ ਭਾਈ ਲਹਿਣਾ ਜੀ ਦੇ ਜੀਵਨ ਦੇ ਅੰਦਰ ਕੋਈ ਅੰਤਰ ਨਾ ਜਿਸ ਦਿਨ ਰਹਿ ਗਿਆ। ਬਿਲਕੁਲ ਆਪਣੇ ਬਰਾਬਰ ਕਰ ਲਿਆ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਲਹਿਣੇ ਨੂੰ। ਉਹ ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦਾ ਸਭ ਨਾਲੋਂ ਜ਼ਿਆਦਾ ਖੁਸ਼ੀਆਂ ਭਰਾ ਦਿਨ ਸੀ। ਪਰ ਉਸ ਸਾਰੇ ਪ੍ਰਸੰਗ ਨੂੰ ਕਵੀ ਸੰਤੋਖ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਬਿਆਨ ਕਰ ਦਿੱਤਾ ਕਿ ਅਸੀਂ ਇਹ ਵੀ ਸੁਣਨ ਵਾਸਤੇ ਤਿਆਰ ਹੋ ਗਏ ਸ਼ਰਧਾ ਦੇ ਨਾਮ ਦੇ ਉੱਤੇ ਕਿ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਪੈਰ ਦੇ ਅੰਗੂਠੇ ਦੇ ਉੱਤੇ ਕੋੜ ਹੋਇਆ ਸੀ, ਜਿਹਦੇ ਵਿੱਚੋਂ ਲਹੂ ਜਿਹੜਾ ਹਰ ਵੇਲੇ ਸਿਮਦਾ ਰਹਿੰਦਾ ਸੀ। ਤੇ ਸੰਤੋਖ ਸਿੰਘ ਨੇ ਅਗਾਂਹ ਲਿਖ ਦਿੱਤਾ ਕਿ ਬਾਬੇ ਅਮਰਦਾਸ ਜੀ ਨੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਇਸ ਗੱਲ ਦੀ ਮੁਆਫੀ ਮੰਗੀ। ਆਖਿਆ ਵੀ ਸੁਨ ਸ਼੍ਰੀ ਅਮਰ ਜੋਰ ਕਰ ਠਾਂਡੇ ਸ਼ਿਮੋ ਗੁਰੂ ਮੈਂ ਮਨਮਤ ਕੀਨ ਨਹੀਂ ਰਜਾਏ ਆਪ ਕੀ ਬਰਤੀ ਅਬ ਮੈਂ ਕਰੂੰ ਸੀਖ ਜਮਦੀਨ। ਪਾਤਸ਼ਾਹ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਤੁਹਾਡਾ ਜਿਹੜਾ ਫੋੜੇ ਦਾ ਰੋਗ ਸੀਗਾ ਉਸ ਨੂੰ ਦੂਰ ਕਰ ਦਿੱਤਾ। ਤੇ ਸੰਤੋਖ ਸਿੰਘ ਕਹਿੰਦਾ ਕਿ ਬਿਨਤੀ ਸੁਨਤ ਪ੍ਰਸੰਨ ਹੋਏ ਪ੍ਰਭ ਬਖਸ਼ੇ ਕਰੋ ਨਾ ਐਸੇ ਫੇਰ। ਕਹਿੰਦਾ ਨਿਜ ਸ਼ਰੀਰ ਪੁਨ ਤਥਾ ਬਣਾਇਓ ਚਰਨ ਅੰਗੂਠੇ ਬ੍ਰਿਣ ਜੋ ਵਡੇਰ। ਕਿ ਉਸ ਤੋਂ ਬਾਅਦ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪੈਰ ਦੇ ਅੰਗੂਠੇ ਨੂੰ ਫਿਰ ਪਹਿਲਾਂ ਦੀ ਤਰ੍ਹਾਂ ਹੀ ਕੋੜੀ ਕਰ ਦਿੱਤਾ। ਅਸੀਂ ਸ਼ਰਧਾ ਦੇ ਨਾਮ ਦੇ ਉੱਤੇ ਸੁਣ ਰਹੇ ਹਾਂ। ਇਹ ਕਥਾ ਕਹਾਣੀਆਂ ਜਿਹੜੀਆਂ ਨਿੰਦਕਾਂ ਵੱਲੋਂ ਚਲਾਈਆਂ ਗਈਆਂ ਨੇ, ਜਾਂ ਇੰਜ ਆਖੀਏ ਵੀ ਇਹਨਾਂ ਕਥਾ ਕਹਾਣੀਆਂ ਨੂੰ ਲਿਖਣ ਵਾਲੇ, ਇਹਨਾਂ ਕਥਾ ਕਹਾਣੀਆਂ ਨੂੰ ਪ੍ਰਚਾਰਨ ਵਾਲੇ, ਜਾਂ ਇਹਨਾਂ ਕਥਾ ਕਹਾਣੀਆਂ ਨੂੰ ਸੁਣ ਕੇ ਜਕਾਰੇ ਛੱਡਣ ਵਾਲੇ ਅਸਲ ਦੇ ਵਿੱਚ ਗੁਰੂ ਕੇ ਨਿੰਦਕ ਇਹ ਲੋਕ ਨੇ। ਇਹਨਾਂ ਗ੍ਰੰਥਾਂ ਦੀ ਨਕਲ ਕੀਤੀ ਫਿਰ ਸਾਧਾਂ ਬਾਬਿਆਂ ਨੇ। ਕਈਆਂ ਨੇ ਫਿਰ ਇਸ
ਸਾਖੀ ਨੂੰ ਆਧਾਰ ਬਣਾ ਕੇ ਇਸ ਤੋਂ ਅਗਾਂਹ ਹੋਰ ਸਾਖੀਆਂ ਆਪਣੇ ਕੋਲੋਂ ਕਈਆਂ ਨੇ ਕੱਢ ਲਈਆਂ ਤੇ ਕਈਆਂ ਗ੍ਰੰਥਾਂ ਦੇ ਅੰਦਰ ਉਹ ਹੋਰ ਸਾਖੀਆਂ ਵੀ ਦਰਜ ਕਰ ਦਿੱਤੀਆਂ। ਇੱਥੇ ਤੇ ਸੰਤੋਖ ਸਿੰਘ ਨੇ ਗੁਰੂ ਅੰਗਦ ਦੇਵ ਜੀ ਤੱਕ ਇਸ ਗੱਲ ਨੂੰ ਸੀਮਿਤ ਰੱਖਿਆ ਸੀ, ਪਰ ਕੁਝ ਸਾਖੀਕਾਰਾਂ ਨੇ, ਕੁਝ ਸਾਧ ਬਾਬਿਆਂ ਨੇ ਇਹ ਕਹਾਣੀ ਇਸ ਤੋਂ ਅਗਾਂਹ ਵੀ ਕੱਢ ਲਈ ਕਿ ਇਸੇ ਤਰੀਕੇ ਦੇ ਨਾਲ ਹੀ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਿਆ ਸੀ, ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪੈਰ ਦੇ ਉੱਤੇ ਵੀ ਕੋੜ ਚੱਲ ਪਿਆ ਸੀ। ਜਦੋਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ, ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪੈਰ ਜਿਹੜਾ ਸੀ ਉਹਦੇ ਉੱਤੇ ਕੋੜ ਚੱਲ ਪਿਆ। ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ, ਗੁਰਤਾ ਗੱਦੀ ਨਹੀਂ ਸੀ ਦੇ ਰਹੇ, ਇੰਝ ਆਖੀਏ ਨਾਲ ਦੀ ਨਾਲੇ ਕੋੜ ਦੀ ਬਿਮਾਰੀ ਜਿਹੜੀ ਸੀ ਉਹ ਵੀ ਨਾਲ ਦਿੱਤੀ ਜਾ ਰਹੀ ਸੀ। ਜਾਣੀ ਕਿ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ 4 ਗੁਰੂ ਸਾਹਿਬਾਨਾਂ ਨੂੰ ਇਸੇ ਸਾਖੀ ਦਾ ਆਸਰਾ ਲੈ ਕੇ ਸਾਧ ਬਾਬਿਆਂ ਨੇ ਕੋੜੀ ਤੱਕ ਕਹਿ ਦਿੱਤਾ, ਲਿਖ ਦਿੱਤਾ, ਸੁਣਾ ਦਿੱਤਾ। ਤੇ ਉਹਦੇ ਨਾਲ ਫਿਰ ਇਹੋ ਜਿਹੀਆਂ ਕਹਾਣੀਆਂ ਜੋੜ ਦਿੱਤੀਆਂ ਕਿ ਫਿਰ ਜਿਸ ਵੇਲੇ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਗਈ, ਫਿਰ ਉਸ ਵੇਲੇ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਉਸ ਕਹਾਣੀ ਦਾ ਸੰਬੰਧ ਜੋੜਿਆ ਤੇ ਇਸ ਤਰੀਕੇ ਦੇ ਨਾਲ ਫਿਰ ਉਸ ਬਾਣੀ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਕੋੜ ਸੀ ਉਹ ਦੂਰ ਹੋਇਆ ਸੀ। ਕਿਸ ਤਰੀਕੇ ਦੇ ਨਾਲ ਆਖੀਏ ਕਿ ਇਹ ਸਾਡੇ ਇਤਿਹਾਸ ਦੇ ਸੋਮੇ ਨੇ, ਕਿਸ ਤਰੀਕੇ ਦੇ ਨਾਲ ਮਨ ਕਹਿਣ ਵਾਸਤੇ ਰਾਜੀ ਹੋ ਜਾਏ ਕਿ ਇਹ ਸਾਡੇ ਇਤਿਹਾਸ ਦੇ ਬੜੇ ਵੱਡੇ ਖਜ਼ਾਨੇ ਨੇ, ਇਹਦੇ ਵਿੱਚੋਂ ਅਸੀਂ ਹੀਰੇ ਮੋਤੀ ਚੁਗਣੇ ਨੇ, ਜਦ ਕਿ ਸਾਰੇ ਦੇ ਸਾਰੇ ਇਹ ਗ੍ਰੰਥ ਜਿਹੜੇ ਹਨ ਸੂਰਜ ਪ੍ਰਕਾਸ਼ ਵਰਗੇ, ਜਨਮ ਸਾਖੀਆਂ ਵਰਗੇ, ਇਹ ਲਿਖੇ ਹੀ ਇਸ ਵਾਸਤੇ ਗਏ ਹਨ ਕਿ ਸਿੱਖੀ ਦੇ ਨਿਆਰੇਪਣ ਨੂੰ ਖਤਮ ਕਰਕੇ ਇਸ ਨੂੰ ਬ੍ਰਾਹਮਣਵਾਦ ਦੀ ਰੰਗਤ ਦੇ ਵਿੱਚ ਜਿਹੜਾ ਹੈ ਚੰਗੀ ਤਰ੍ਹਾਂ ਰੰਗ ਦਿੱਤਾ ਜਾਵੇ। ਸੁਚੇਤ ਹੋਣਾ ਪਵੇਗਾ, ਸਾਨੂੰ ਸਾਵਧਾਨ ਹੋਣਾ ਪਵੇਗਾ। ਅੱਜ ਨਹੀਂ ਤੇ ਕੱਲ ਹੌਲੀ ਹੌਲੀ ਕਰਕੇ ਇਹਨਾਂ ਗ੍ਰੰਥਾਂ ਦੇ ਨਾਲੋਂ ਸਾਨੂੰ ਖਹਿੜਾ ਆਪਣਾ ਛਡਾਉਣਾ ਹੀ ਪਵੇਗਾ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ 10 ਗੁਰੂ ਸਾਹਿਬਾਨਾਂ ਦੀ ਜਿਹੜੀ ਕ੍ਰਾਂਤੀਕਾਰੀ ਵਿਚਾਰਧਾਰਾ ਸੀ, ਇਨਕਲਾਬੀ ਵਿਚਾਰਧਾਰਾ ਸੀ, ਜੇ ਉਸ ਵਿਚਾਰਧਾਰਾ ਦੇ ਨਾਲ ਜੁੜ ਕੇ ਆਪਣੇ ਜੀਵਨ ਦੇ ਅੰਦਰ ਅਸੀਂ ਨਵੀਆਂ ਬੁਲੰਦੀਆਂ ਨੂੰ ਛੂਹਣਾ ਹੈ ਤਾਂ ਇਹਨਾਂ ਗ੍ਰੰਥਾਂ ਦੀਆਂ, ਇਹਨਾਂ ਕਥਾ ਕਹਾਣੀਆਂ ਦੇ ਨਾਲੋਂ ਸਾਨੂੰ ਆਪਣਾ ਸੰਬੰਧ ਜਿਹੜਾ ਹੈ ਦੇਰ ਸਵੇਰ ਕਦੇ ਨਾ ਕਦੇ ਜਿਹੜਾ ਹੈ ਉਹ ਤੋੜਨਾ ਹੀ ਪਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।